सत गुरु प्रसाद। तैंडी बंदिश मैं कोई ना डिठा, तू नानक मन भाणा। कोल कुम्हाई तिस मित्र विचोले, जै मिल कंत पछाणा। सतनाम वाहेगुरु साहिब जियो। राग सूही महला पंजवा, अष्टपदियाँ कर दसवां काफी। एक ओंकार सतगुर प्रसाद। जे पुली जे चुकी साईं, भी तहिंजी काढ़ियाँ। जिन्हा नेह दूजाने लगा, चूर मरों से वांडियाँ। जे पुली जे चुकी साईं, पीत हिंजी काढ़ियाँ। जिन्हा ने दूजाने लगा, चूर मरों से वांडियाँ। हाओ ना छोड़ो कंत पासरा, सदा रंगीला लाल प्यारा। ए महिंजा आसरा रहाओ, सजन तू है सैन तू। मैं तुझ पर बहुमानिया, जा तू अंदर तां सुखे। तू निमाणी मानिया, जे तू तुठा कृपा निधान। ना दूजावे खाल, एहा पाई मूं दातड़ी। नित हृदय रखां संभाल। पाव जुलाई पंध तो, नैणी दर्श दिखाल। सरवणी सुनी कहानियाँ, जे गुर थिवै कृपाल। कीती लख करोड़ प्रिये, रोम न पुजन तेरिया। तू शाही हूँ शाह, हऊँ कह न सकां गुण तेरिया। सहिया तो असंख, मंझों हब वधानियाँ। हिक भोरी नदर निहाल, देह दरस रंग मानियाँ। जैं डिठे मन धीरियै, किल विख वंजन दूरे। सो क्यों विसरै माओ मैं, जो रहया पर पूरे। होई निमाणी टह पई, मिलया सहज सुभाए। पूर्व लिखया पाया, नानक संत सहाये। होई निमाणी टह पई, मिलया सहज सुभाए। पूर्व लिखया पाया, नानक संत सहाये। वाहिगुरु जी का खालसा, वाहिगुरु जी की फतेह। जुगो जुग अटल शब्द सतगुरु धन धन गुरु ग्रंथ साहिब जी। गुरु पातशाह जी दी अजीम अपार बख्शिश, शाम समय असी सत्संगत माण रहे हैं। ये समा गुरबाणी व्याख्या दा है। इस विच सूही राग दे अष्टपदे सानू प्राप्त ने। शब्द आपने अजे हुणे सरवण कीता है। बीते कुछ रोज़ दे विच इहदे कुछ हिस्से असी विचारे ने।
4 ਬੰਦ ਅਸੀਂ ਇਹਦੇ ਵਿਚਾਰ ਚੁੱਕੇ ਹਾਂ। 5 ਨੰਬਰ ਪਦੇ ਤੋਂ ਅੱਜ ਵਿਚਾਰ ਅੱਗੇ ਤੋਰਾਂਗੇ। ਇੱਕ ਸਰਸਰੀ ਨਜ਼ਰ ਮੁੱਖ ਸੁਨੇਹੇ ਦੇ ਪਦੇ ਤੇ ਰਹਾਉ ਦੇ ਬੰਦ ਤੇ ਉਪਰੰਤ 5 ਨੰਬਰ ਪਦਾ ਗੁਰੂ ਅਰਜਨ ਸਾਹਿਬ ਜੋ ਜ਼ਿਕਰ ਕਰ ਰਹੇ ਸੀ। ਹਾਉ ਨਾ ਛੋਡੋ ਕੰਤ ਪਾਸਰਾ, ਸਦਾ ਰੰਗੀਲਾ ਲਾਲ ਪਿਆਰਾ, ਇਹ ਮਹਿੰਜਾ ਆਸਰਾ ਰਹਾਉ। ਹਾਉ ਨਾ ਛੋਡੋ ਕੰਤ ਪਾਸਰਾ। ਪਾਸਰਾ ਪਾਸਾ ਕਿਸੇ ਚੀਜ਼ ਦੇ ਪੂਰੀ ਤਰ੍ਹਾਂ ਧਾਰਨੀ ਹੋ ਜਾਣਾ, ਉਸ ਪਾਸੇ ਖੜੇ ਹੋ ਜਾਣਾ। ਮੈਂ ਆਪਣੇ ਕੰਤ ਅਕਾਲ ਪੁਰਖ ਵਾਹਿਗੁਰੂ ਉਹਦਾ ਪਾਸਾ ਨਹੀਂ ਛੱਡਾਂਗਾ। ਆਪਾਂ ਬੀਤੇ 'ਚ ਵੀ ਵਿਚਾਰਿਆ ਸੀਗਾ ਵੀ ਜਿਵੇਂ ਭਗਤ ਨਾਮਦੇਵ ਜੀ ਬਿਆਨ ਕਰਦੇ ਨੇ ਕਿ ਤੇਰੀ ਭਗਤ ਨਾ ਛੋਡੋ ਭਾਵੇਂ ਲੋਕ ਹੱਸੈਂ, ਵੀ ਇਹ ਦਾਤਾ ਮੈਂ ਤੇਰੀ ਭਗਤੀ ਨਹੀਂ ਛੱਡਾਂਗਾ। ਭਗਤ ਪ੍ਰਹਿਲਾਦ ਤੇ ਟੁਕਾ ਕੇ ਬਾਤ ਕੀਤੀ ਗਈ। ਭਾਵੇਂ ਜਗਤ ਹਸਾਈ ਹੋ ਜਾਏ, ਭਾਵੇਂ ਸਾਰਾ ਸੰਸਾਰ ਜਿਹੜਾ ਹੈਗਾ ਇੱਕ ਪਾਸੇ ਹੋ ਜਾਏ, ਪਰ ਫਿਰ ਵੀ ਮੈਂ ਨਿਰੰਕਾਰ ਤੇਰੇ ਰਾਹ ਤੇ ਤੁਰਾਂਗਾ। ਇਹਦਾ ਮਾਇਨਾ ਇਹ ਹੈ ਕਿ ਜੋ ਉਸ ਅਕਾਲ ਪੁਰਖ ਵਾਹਿਗੁਰੂ ਦੀ ਨਿਰਮਲ ਸਾਂਝ ਵਿੱਚ ਹੈ, ਤੇ ਇਹ ਸਾਂਝ ਸੁਰਤ ਕਰਕੇ ਹੈ, ਖਿਆਲ ਕਰਕੇ ਹੈ। ਮਨ ਦੀ ਦੁਨੀਆ ਦਾ ਜਦੋਂ ਉਸ ਪਾਸੇ ਝੁਕਾਅ ਹੋ ਜਾਏ, ਉਹਦੀ ਬਾਤ ਹੋ ਰਹੀ ਹੈ। ਹਉ ਨਾ ਛੋਡੋ ਕੰਤ ਪਾਸਰਾ, ਸਦਾ ਰੰਗੀਲਾ ਲਾਲ ਪਿਆਰਾ। ਫਿਰ ਇੱਕ ਸਿੰਪਲ ਜੀ ਦਲੀਲ ਦਿੱਤੀ ਜਾਂਦੀ ਹੈ ਕਿ ਕਈ ਲੋਕਾਂ ਨੂੰ ਸੁੱਖ ਦੇ ਸਾਧਨ ਜ਼ਿਆਦਾ ਮਿਲ ਜਾਣ ਤਾਂ ਭੁੱਲ ਜਾਂਦੇ ਨੇ ਰੱਬ ਨੂੰ। ਕਈਆਂ ਨੂੰ ਦੁੱਖ ਦੇ ਸਾਧਨ ਜਾਂ ਦੁੱਖ ਦਾ ਹੰਡਾਣਾ ਹੋ ਜਾਏ, ਸੁੱਖ ਦੇ ਸਾਧਨ ਘਟ ਜਾਣ, ਦੁੱਖ ਵੱਧ ਜਾਏ ਤਾਂ ਭੁੱਲ ਜਾਂਦੇ ਨੇ। ਇਹ ਰੰਗ ਨੇ ਜੀਵਨ ਦੇ, ਕਿਤੇ ਇੱਕ ਰੰਗ ਹੈ, ਕਿਤੇ ਦੂਸਰਾ ਰੰਗ ਹੈ। ਇਹ ਸਭ ਰੰਗੋ ਰੰਗੀਲਾ ਦੇਣ ਵਾਲਾ ਆ, ਜਿਹੜਾ ਅਹਿਸਾਸ ਕਰਦਾ ਹੈ ਕਿ ਇਹ ਉਹਦੀ ਲੀਲਾ ਹੀ ਹੈ ਸਾਰੀ, ਉਹਦੇ ਰੰਗ ਨੇ ਸਾਰੇ, ਤੇ ਹਰ ਹਾਲ ਦੇ ਵਿੱਚ ਮੇਰੀ ਐਸੋਸੀਏਸ਼ਨ ਉਹਦੇ ਨਾਲ ਟੁੱਟਣੀ ਨਹੀਂ ਚਾਹੀਦੀ। ਆਹ ਜਿਹੜੀ ਚੀਜ਼ ਹੈ ਇਹ ਬੰਦੇ ਨੂੰ ਕਾਰਗਰ ਬਣਾਉਂਦੀ ਹੈ। ਗੁਰੂ ਬਾਬਾ ਜੀ ਨੇ ਬਿਆਨ ਕੀਤਾ ਕਿ ਸਦਾ ਰੰਗੀਲਾ ਲਾਲ ਪਿਆਰਾ, ਉਹ ਮੇਰਾ ਸਭ ਰੰਗਾਂ ਦਾ ਮਾਲਕ, ਅਸਲ ਰੰਗਦਾਰ ਹਰੀ ਪਰਿਪੂਰਨ, ਉਹ ਹਮੇਸ਼ਾ ਲਾਲ ਹੈ, ਬੇਸ਼ਕੀਮਤੀ ਹੈ ਮੇਰੇ ਵਾਸਤੇ, ਤੇ ਪਿਆਰਾ ਵੀ ਹੈ, ਮੈਨੂੰ ਉਹਦੇ ਨਾਲ ਸਨੇਹ ਵੀ ਹੈ। ਇਹ ਮਹਿੰਜਾ ਆਸਰਾ, ਤੇ ਅਖੀਰ ਇਹੋ ਹੀ ਥਾਟ, ਇਹੋ ਖਿਆਲ, ਇਹੋ ਸਾਂਝ ਮੇਰੀ ਜੀਵਨ ਦਾ ਸਭ ਤੋਂ ਵੱਡਾ ਸਹਾਰਾ ਹੈ। ਇਹ ਰਹਾਉ ਦਾ ਬੰਦ ਹੈ ਮੁੱਖ ਸੁਨੇਹੇ ਦੇ ਰੂਪ ਦੇ ਵਿੱਚ। ਇਸ ਤੋਂ ਬਾਅਦ ਜਿਹੜਾ ਅਸੀਂ ਪਦਾ ਵਿਚਾਰਨਾ ਹੈ ਅੱਜ, ਉਹ ਹੈ 5 ਨੰਬਰ ਪਦਾ। ਜਿਵੇਂ ਬਾਤ ਹੋ ਰਹੀ ਸੀਗੀ, ਇਹਦੇ 'ਚ ਸਰਗੋਦੀ ਬੋਲੀ ਦਾ ਰੰਗ ਹੈ। ਬੜੇ ਪਿਆਰੇ ਲਫ਼ਜ਼ ਗੁਰੂ ਬਾਬਾ ਜੀ ਨੇ ਇਹਦੇ ਚੰਗੇ 'ਚ ਕੀਤੇ ਨੇ। ਮਹਾਰਾਜ ਬਿਆਨ ਕਰਦੇ, ਕੀਤੀ ਲੱਖ ਕਰੋੜ ਪਿਰੀਏ ਰੋਮ ਨਾ ਪੁੱਜਣ ਤੇਰਿਆਂ। ਕੀਤੀ ਲੱਖ ਕਰੋੜ, ਕੀਤੀ ਦਾ ਮਤਲਬ ਹੈ ਕਿਤਨੇ, ਕੀਤੀ, ਕਿਉਂਕਿ ਸਰਗੋਦੀ 'ਚ ਬਾਤ ਹੋ ਰਹੀ ਹੈ। ਅਸੀਂ ਆਮ ਕਰਕੇ ਕਹਿ ਦਿੰਦੇ ਹਾਂ ਕਿ ਕੋਈ ਪੁੱਛੇ ਜਾਂ ਕਿਸੇ ਨੂੰ ਅਸੀਂ ਕਹੀਏ ਕਿ ਮੈਨੂੰ ਸਪੋਜ਼ ਅੱਜ ਕੱਲ੍ਹ ਮਾਸਕ ਹੀ ਸਾਨੂੰ ਬੜੇ ਜ਼ਰੂਰੀ ਹੁੰਦੇ ਨੇ, ਅਤੇ ਕੋਈ ਬੰਦਾ ਕਹੇ ਕਿ ਕੈਨ ਯੂ ਬ੍ਰਿੰਗ ਮਾਸਕ ਫॉर ਮੀ, ਅਤੇ ਅਗਲਾ ਬੰਦਾ ਕਹੇਗਾ ਹਾਊ ਮੈਨੀ। ਅਸੀਂ ਪੰਜਾਬੀ 'ਚ ਕਹਾਂਗੇ ਕਿਤਨੇ, ਕਿੰਨੇ। ਜਿਹੀ ਸਰਗੋਦੀ ਬੋਲੀ ਬੋਲਣ ਵਾਲਾ ਬੰਦਾ ਕਹੇ ਤੂੰ ਕਹੇ ਕੀਤੀ, ਭਾਵ ਕਿੰਨੇ ਚਾਹੀਦੇ ਨੇ। ਗੁਰੂ ਬਾਬਾ ਜੀ ਨੇ ਇੱਥੇ ਕਿਹਾ ਕੀਤੀ ਲੱਖ ਕਰੋੜ ਪਿਰੀਏ ਰੋਮ ਨਾ ਪੁੱਜਣ ਤੇਰਿਆਂ। ਤੇਰੇ ਜਿਹੜੇ ਗੁਣ ਨੇ, ਤੇਰੀਆਂ ਜਿਹੜੀਆਂ ਖੂਬੀਆਂ ਨੇ, ਕਿਤਨੀਆਂ ਨੇ ਮੈਂ ਨਹੀਂ ਗਿਣ ਸਕਦਾ, ਮੇਰੇ ਤੋਂ ਬਾਹਰ ਨੇ। ਕੀ ਮਿਣਾਂਗੇ, ਕੀ ਗਿਣਾਂਗੇ ਉਹਦੇ ਬਾਰੇ। ਇਸ ਤਰੀਕੇ ਦੇ ਬਚਨ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਤੁਸੀਂ ਬੜੇ ਡਾਇਵਰਸ ਤਰੀਕੇ ਨਾਲ ਪੜ੍ਹਦੇ ਹੋ, ਬੜੇ ਡਾਇਵਰਸ ਤਰੀਕੇ ਨਾਲ ਉਹਦੀ ਪ੍ਰੈਜੈਂਟੇਸ਼ਨ ਹੈ। ਕਿਤੇ ਅਸੀਂ ਬਚਨ ਪੜ੍ਹਦੇ ਹਾਂ, ਇੱਕ ਦੂਜੀ ਭੋ ਲੱਖ ਹੋਏ, ਲੱਖ ਹੋਏ ਲੱਖ 20, ਲੱਖ ਲੱਖ ਗੇੜਾ ਆਖੀਆਂ ਏਕ ਨਾਮ ਜਗਦੀਸ਼। ਭਾਵ ਸਾਡੀ ਇੱਕ ਜੀਭ ਤੋਂ ਹਜ਼ਾਰਾਂ ਲੱਖਾਂ ਅਣਗਿਣਤ ਜੀਭਾਂ ਹੋ ਜਾਣ, ਤੇ ਉਹਨਾਂ ਅਣਗਿਣਤ ਜੀਭਾਂ ਦੇ ਨਾਲ ਅਸੀਂ ਉਹਦੀ ਵਡਿਆਈ ਕਰੀਏ, ਸਤੁਤੀ ਕਰੀਏ, ਤਾਰੀਫ ਕਰੀਏ। ਜਿਵੇਂ ਸਪੋਜ਼ ਇਹਨੂੰ ਇਸ ਤਰ੍ਹਾਂ ਜਾਣੋ, ਕਿਉਂਕਿ ਅਸੀਂ ਸੰਸਾਰੀ ਲੋਕ ਹਾਂ, ਅਤੇ ਅਸੀਂ ਇਹ ਮੰਨਦੇ ਹਾਂ ਕਿ ਜੇ ਤੁਸੀਂ ਕਿਸੇ ਦੀ ਵਡਿਆਈ ਕਰਦੇ ਹੋ ਤਾਂ ਅਗਲਾ ਤੁਹਾਨੂੰ ਉਸ ਵਡਿਆਈ ਦੇ ਬਦਲੇ 'ਚ ਪਿਆਰ ਦਿੰਦਾ ਆ, ਤੁਹਾਨੂੰ ਉਸ ਵਡਿਆਈ ਦੇ ਬਦਲੇ 'ਚ ਤੁਹਾਡੇ ਨਾਲ ਸਾਂਝ ਬਣਾਉਣੀ ਚਾਹੁੰਦਾ ਆ। ਦੈਟਸ ਵਾਈ ਵੀ ਐਕਚੁਅਲੀ ਟਰਾਈ ਟੂ please people by saying good words. We try to praise others so that in return we can get some kind of attention from those individuals. That is our actually main ਜਿਹੜੀ ਉਹਦੇ 'ਚ ਹੁੰਦੀ ਹੈ।
ਇਹੋ ਹੀ ਚੀਜ਼ ਫਿਰ ਬੰਦਾ ਕਈ ਵਾਰੀ ਸਪਿਰਿਚੁਅਲ ਸਾਈਡ 'ਤੇ ਵੀ ਅਪਲਾਈ ਕਰ ਲੈਂਦਾ ਹੈਗਾ। ਮੈਨੂੰ ਯਾਦ ਆ, ਸ਼ਾਇਦ ਬਾਤ ਕਿਤੇ ਸ਼ੇਅਰ ਹੋਈ ਹੋਏ, ਕਾਫੀ ਸਾਲ ਪਹਿਲਾਂ ਦੀ ਗੱਲ ਆ, ਮੈਂ ਇੰਡੀਆ ਸੀਗਾ, ਜਿਹੜੀ ਸਰਿਤਾ ਮੈਗਜ਼ੀਨ ਨਿਕਲਦੀ ਹਿੰਦੀ ਦੀ, ਉਹਨਾਂ ਦੇ ਮੈਂ ਹੈੱਡਕੁਆਟਰ ਸੀਗਾ। ਐਕਚੁਅਲੀ ਕੁਝ ਮੈਨੂੰ ਕਿਤਾਬਾਂ ਚਾਹੀਦੀਆਂ ਸੀਗੀਆਂ, ਤਾਂ ਮੈਂ ਉਹ ਕਿਹਾ ਡੇ ਟਾਈਮ ਸੀਗਾ ਮੇਰੇ ਕੋਲ, ਉਹਦੇ ਵਿੱਚ ਸਾਡੇ ਬੜੇ ਪਿਆਰੇ ਮਿੱਤਰ ਸੀਗੇ ਬੰਗਲਾ ਸਾਹਿਬ ਗੁਰਦੁਆਰਾ ਸਾਹਿਬ ਦੇ ਅਸਿਸਟੈਂਟ ਮੈਨੇਜਰ, ਅਤੇ ਉਹ ਕਹਿੰਦੇ ਬਹੁਤ ਹੀ ਦੂਰ ਨਹੀਂ, ਮੈਂ ਤੁਹਾਨੂੰ ਨਾਲ ਲੈ ਚੱਲਣਾ, ਚਲੋ ਆ ਜਾਓ। ਅਸੀਂ ਚਲੇ ਗਏ ਤਾਂ ਉੱਥੋਂ ਕਿਤਾਬਾਂ ਦੀ ਕਲੈਕਸ਼ਨ ਕਰ ਰਿਹਾ ਮੈਂ, ਤਾਂ ਮੀਨ ਵਾਈਲ ਮੈਂ ਤਾਂ ਕਿਤਾਬਾਂ ਦੇਖ ਰਿਹਾ ਉੱਥੋਂ, ਜਿਹੜਾ ਉਹਨਾਂ ਦੀਆਂ ਜਿਹੜੇ ਰੈਕ ਵਗੈਰਾ ਲੱਗੇ ਨੇ ਉਦੋਂ ਲੱਭ ਰਿਹਾ, ਅਤੇ ਉਹ ਦੋਨੋਂ ਗੱਲਾਂ ਕਰਨ ਲੱਗ ਗਏ। ਜਿਹੜਾ ਗੁਰਦੁਆਰਾ ਸਾਹਿਬ ਤੋਂ ਬੰਗਲਾ ਸਾਹਿਬ ਤੋਂ ਸੱਜਣ ਗਏ ਸੀ, ਅਤੇ ਉੱਥੇ ਜਿਹੜਾ ਸ਼ਖਸ ਬੈਠਾ ਇੱਕ, ਉਹ ਬਾਅਦ 'ਚ ਪਤਾ ਲੱਗਾ ਇਹ ਅਸਿਸਟੈਂਟ ਐਡੀਟਰ ਹੈ ਮੈਗਜ਼ੀਨ ਦਾ। ਅਤੇ ਉਹ ਆਪਸ ਵਿੱਚ ਬਾਤਾਂ ਕਰਨ ਲੱਗ ਗਏ, ਅਤੇ ਬਾਤਾਂ ਕਰਨ ਦੇ ਦੌਰਾਨ ਕੁਝ ਰਿਲੀਜਨ ਬਾਰੇ ਗੱਲਾਂ ਹੋਣ ਲੱਗ ਗਈਆਂ, ਕਿਉਂਕਿ ਉਹ ਥੋੜ੍ਹੇ ਮਤਲਬ ਜਿਹਨੂੰ ਕਿਹਾ ਜਾਏ ਰੈਸ਼ਨਲਿਸਟ ਹੈਗੇ ਨੇ, ਤਾਰਕਿਕ ਤਰੀਕੇ ਨਾਲ ਚੀਜ਼ਾਂ ਨੂੰ ਕਹਿੰਦੇ ਨੇ। ਅਤੇ ਖਾਸੀਅਤ ਸਿਰਫ ਉਹਨਾਂ ਦੀ ਇਤਨੀ ਹੈ ਕਿ ਜਿਹੜਾ ਦਬਿਆ ਕੁਚਲਾ ਤਬਕਾ ਆ, ਦਲਿਤ, ਉਹਨਾਂ ਨੂੰ ਬਹੁਤੀ ਵਾਰੀ ਕਿਤੇ ਕੋਈ ਛਾਇਆ ਨਹੀਂ ਕਰਦਾ, ਕੋਈ ਉਹਨਾਂ ਦੀ ਲੇਖਣੀ ਨੂੰ ਕੋਈ ਧਿਆਨ ਨਹੀਂ ਦਿੰਦਾ। ਉਹਨਾਂ ਲੋਕਾਂ ਨੂੰ ਕਈ ਵਾਰੀ ਪਬਲਿਸ਼ ਕਰਦੇ ਨੇ। ਅਤੇ ਕਈ ਵਾਰ ਐਸਾ ਹੁੰਦਾ ਕਿ ਤੁਸੀਂ ਗਾਰਡਨ ਵਿੱਚ ਫੁੱਲ ਦੇਖਦੇ ਹੋ, ਬੜੇ ਸੋਹਣੇ ਲੱਗਦੇ ਨੇ ਬਾਗਾਂ ਬਗੀਚਿਆਂ 'ਚ, ਪਰ ਕਈ ਵਾਰ ਤੁਸੀਂ ਬਿਲਕੁਲ ਜੰਗਲ ਚਲੇ ਜਾਓ, ਵਾਈਲਡ, ਬਿਲਕੁਲ ਖੁੱਲ੍ਹੇ ਦੇ ਵਿੱਚ, ਸੁੰਨੇ ਦੇ ਵਿੱਚ, ਕਈ ਵਾਰੀ ਉੱਥੇ ਫੁੱਲ ਕਿਤੇ ਵਧੀਆ ਖਿੜੇ ਹੁੰਦੇ ਨੇ। ਜਿਹੜੇ ਲੋਕ ਇਸ ਤਰੀਕੇ ਨਾਲ, ਜਿਨ੍ਹਾਂ ਨੂੰ ਬਿਲਕੁਲ ਜਿਹੜਾ ਹੈਗਾ ਅੱਖੋਂ ਪਰੋਖੇ ਕੀਤਾ ਗਿਆ, ਨਿਗਲੈਕਟ ਕੀਤਾ ਗਿਆ, ਜਿਨ੍ਹਾਂ ਨੂੰ ਬਿਲਕੁਲ ਜਿਹੜਾ ਹੈਗਾ ਉਸ ਤਰੀਕੇ ਨਾਲ ਇਗਨੋਰ ਕੀਤਾ ਗਿਆ, ਪੀਪਲ ਹੂ ਹੈਵ ਬੀਨ ਇਗਨੋਰਡ, ਨਿਗਲੈਕਟਿਡ, ਕਈ ਵਾਰੀ ਉਹਨਾਂ ਦੇ ਜਿਹੜਾ ਕੈਲੀਬਰ ਆ ਉਹ ਬਿਲਕੁਲ ਹੀ ਵੱਖਰੇ ਕਿਸਮ ਦਾ ਹੁੰਦਾ। ਉਹ ਮਨੁੱਖਤਾ ਨੂੰ ਇੱਕ ਡਿਫਰੈਂਟ ਵੇ ਦੇ ਨਾਲ ਚੀਜ਼ਾਂ ਪ੍ਰੈਜ਼ੈਂਟ ਕਰਦੇ ਨੇ। ਇਹਦੇ ਉੱਤੇ ਇੱਕ ਪੰਜਾਬੀ 'ਚ ਮੈਗਜ਼ੀਨ ਨਿਕਲਦਾ ਸੀ, ਹੁਣ ਤਾਂ ਪਤਾ ਨਹੀਂ ਮੈਂ, ਕਿਉਂਕਿ ਹੁਣ ਤਾਂ ਲੰਬਾ ਸਮਾਂ ਹੋ ਗਿਆ, ਮੇਰੀ ਕੋਈ ਰਾਫਤਾਦਾਰੀ ਨਹੀਂ ਹੈਗੀ। ਹਾਸ਼ੀਆ, ਜਿਹੜੇ ਲੋਕ ਬਿਲਕੁਲ ਹਾਸ਼ੀਏ 'ਤੇ ਚਲੇ ਗਏ, ਜਿਨ੍ਹਾਂ ਨੂੰ ਸੁਸਾਇਟੀ ਨੇ ਬਿਲਕੁਲ, ਜਿਹਨੂੰ ਕਿਹਾ ਜਾਏ ਆਊਟ ਆਫ ਲਾਈਨ ਕਰ ਦਿੱਤਾ, ਉਹਨਾਂ ਲੋਕਾਂ ਨੇ ਜਦੋਂ ਇਸ ਬਾਰੇ ਚੀਜ਼ਾਂ ਲਿਖੀਆਂ ਸਰ, ਤਾਂ ਮੈਨੂੰ ਤਾਂ ਉਹਦਾ ਉਹ ਸੀਗਾ ਕਿ ਉਹਨਾਂ ਲੋਕਾਂ ਨੂੰ ਮੈਂ ਦੇਖਦਾ ਸੀਗਾ ਕਿ ਉਹਨਾਂ ਦਾ ਵਿਜ਼ਨ ਕੀ ਹੈ, ਪੜ੍ਹਨ ਵਾਸਤੇ ਲੈਂਦਾ ਸੀਗਾ। ਉੱਥੇ ਕੋਈ ਧਰਮ ਦੀ ਚਰਚਾ ਹੋਣ ਲੱਗੀ, ਤਾਂ ਉਹ ਕਿਉਂਕਿ ਰੈਸ਼ਨਲਿਸਟ ਹੈਗੇ ਨੇ, ਤਾਂ ਇਸ ਕਰਕੇ ਉਹ ਧਰਮ ਦੀ ਬਹੁਤੀ ਗੱਲਬਾਤ ਦੂਜੇ ਲੈਵਲ 'ਤੇ ਕਰਦੇ ਨੇ। ਅਤੇ ਜਦੋਂ ਉਹ ਪਤਾ ਲੱਗਾ ਗੁਰਦੁਆਰਾ ਸਾਹਿਬ ਤੋਂ ਬੰਦੇ ਨੇ, ਸਿੱਖਿਆ ਜੱਟਾ ਝੂਠਿਆ, ਤਾਂ ਗੱਲ ਤਾਂ ਹਿੰਦੀ 'ਚ ਹੀ ਹੋ ਰਹੀ ਸਾਰੀ ਉਹਨਾਂ ਦੀ। ਅਤੇ ਉਹ ਕਹਿੰਦਾ ਕਿ ਅਰੇ ਕੁਛ ਨਹੀਂ ਹੈ, ਇਹ ਭਗਵਾਨ ਸਭ ਐਸੇ ਹੀ ਹੋਤਾ ਹੈ, ਨਾ ਕੋਈ, ਇਹ ਤਾਂ ਸਭ ਜਿਹਨੂੰ ਕਿਹਾ ਜਾਏ ਇੱਕ ਢੋਂਗ ਹੈ, ਇਹੋ ਜਿਹੀਆਂ ਗੱਲਾਂ ਕਰ ਰਹੇ। ਅਤੇ ਉਹ ਗੱਲਾਂ ਹੋ ਰਹੀਆਂ ਨੇ, ਉਹਦੇ ਦਰਮਿਆਨ ਉਹ ਕਹਿੰਦਾ, थोड़ी बहस गर्म हो गई, तो बहस गर्म हो गई तो उन्होंने कहता बात यह है, ये कैसा भगवान है जो लोगों से अपनी चापलूसी मांगता है, जो ज़्यादा चापलूसी करते हैं उनकी वो बात मानता है, उनसे वो रिश्ता बना लेता, जो कम करते हैं उनसे नहीं। इस किस्म की बात की उन्हें सारी। तो बाई चांस मैं जो किताबां लभ ही रहा तो मैनू आवाज़ मारे, कहते भाई साहब बुरा आओ, तुहाडा जिहड़ा ਤੁਹਾਨੂੰ ਅਸੀਂ ਬੜੇ ਮਾਫੀ ਚਾਹਾਂਗਾ ਉਹਦੇ ਲਫ਼ਜ਼ ਨੇ, ਮੈਂ ਨਹੀਂ ਸਮਝਦਾ। ਉਹਨੇ ਕਿਹਾ ਤੁਸੀਂ ਤੁਹਾਨੂੰ ਬੜੇ ਇੰਟਲੈਕਚੁਅਲ ਮੰਨਦੇ ਹਾਂ ਅਸੀਂ, ਤੇ ਹੁਣ ਆਓ, ਹੁਣ ਮੁਕਾਬਲਾ ਆ, ਹੁਣ ਆਓ ਨਾ ਇੱਥੇ, ਹੁਣ ਪਤਾ ਲੱਗੇਗਾ ਐਕਚੁਅਲੀ ਆ ਦੇਖੋ ਬੰਦਾ ਕੀ ਕਹਿ ਰਿਹਾ। ਖੈਰ ਮੈਂ ਉਹਨੂੰ ਕਿਹਾ ਵੀ ਤੂੰ ਆ ਲਿਸਟ ਲੱਭ ਉੱਥੋਂ ਤੇ ਕਿਤਾਬਾਂ ਦੀ, ਤੇ ਮੈਂ ਇਹ ਗੱਲ ਕਰਦਾ ਇਹਦੇ ਨਾਲ। ਤੇ ਉਹ ਗੱਲਬਾਤ ਹੋਣ ਲੱਗੀ ਤੇ ਉਹ ਕਹਿੰਦਾ ਕਿ हाँ आप बता दीजिए, चापलूस नहीं है, जो हमारे स्क्रिप्चर हैं, जो हमारी लिखावट हैं शास्त्रों की और दूसरी सब में। मैं क्या भी बात यह है, जिस ग्राउंड बारे पता होए, जिस चीज़ बारे पता हो, बारे गल करनी चाहिए है। हैव यू एवर गॉट चांस टू रीड गुरु ग्रंथ साहब? कहते नहीं, थोड़ा बहुत सुना है। मैं क्या फिर गल नहीं हो सकती, क्योंकि जेड़ा सब तो लेटेस्ट ते सब तो ऑथेंटिक ते बेस्ट सोर्स आ अध्यात्मकता, वो तो नहीं पढ़िया, उन्होंने पढ़। आप बता दीजिए उसमें क्या लिखा है इस तरीके से। मैं कहा जी तू गल कह रहे हैं तो उल्टा है। तो फिर उसमें भगवान की तारीफ करने की बात नहीं की गई। मैं की गई है, बहुत की गई है। तो फिर मैं अपना केस यहीं पे रेस्ट करता हूँ। मैं क्या एवं नहीं केस रेस्ट होंदा। गल ये है कि ओदे पिछे मोटिव की है, इंटेंशन की है। जिन्नी देर तक तुसी किसी चीज़ की इंटेंशन नहीं पकड़ते, तुसी ओदा मोटिव नहीं पकड़ते, ਉਹਦੀ ਮੇਨ ਧਾਰਾ ਨਹੀਂ ਪਕੜਦੇ, ਤੁਹਾਨੂੰ ਬਾਤ ਨਹੀਂ ਸਮਝ ਆਏਗੀ।
ਜੇ ਸਿਰਫ ਧਰਮ ਦੀਆਂ ਗੱਲਾਂ ਕਰਕੇ, ਵੱਡੇ ਵੱਡੇ ਸ਼ਾਸਤਰਾਰਥ ਕਰਕੇ ਬੰਦਾ ਇਹ ਪ੍ਰੂਵ ਕਰਨਾ ਚਾਹੁੰਦਾ ਕਿ ਸਮਾਜ ਸੰਸਾਰ 'ਚ ਮੈਂ ਬੜਾ ਵੱਡਾ ਗਿਆਨੀ ਹਾਂ, ਦੈਨ ਬਿਲਕੁਲ ਰੌਂਗ ਹੈ। ਕੋਈ ਧਰਮ ਸ਼ਾਸਤਰ ਦੀ ਲੋੜ ਨਹੀਂ ਹੈ। ਇਹਦੇ ਤੇ ਗੁਰੂ ਨਾਨਕ ਸਾਹਿਬ ਦਾ ਬੜਾ ਸਿੱਧਾ ਤਰੀਕਾ ਸੀ। ਗੁਰੂ ਸਾਹਿਬ ਨੇ ਉਹ ਜਿਹੜੇ ਵੱਡੇ ਵੱਡੇ ਬ੍ਰਹਮਦੇਵ ਵਰਗੇ ਉਹ ਗੱਡੇ ਲੱਦੀ ਫਿਰਦੇ ਸਨ, ਤੋਂ ਸਭ ਚੀਜ਼ਾਂ ਕਰੇ, ਤੇ ਗੁਰੂ ਬਾਬਾ ਜੀ ਨੇ ਕਿਹਾ ਉਹ ਪੜ ਗੱਡੀ ਲੱਦੀ ਹੈ, ਪੜ ਭਰੀ ਹੈ ਸਾਥ, ਹੋਏਗੀ ਤੇਰੇ ਕੋਲ ਨੌਲੇਜ ਬੜੀ, ਹੋਏਗਾ ਤੇਰੇ ਕੋਲ ਬੜਾ ਗਿਆਨ, ਪਰ ਇਹ ਸਾਰਾ ਗਿਆਨ ਕਿਸ ਕੰਮ ਦਾ ਹੈ ਜੇ ਤੇਰਾ ਤੇ ਮਾਨਵਤਾ ਦਾ ਭਲਾ ਨਹੀਂ ਕਰ ਸਕਦਾ। ਤੇ ਇੱਥੇ ਮਾਇਨੇ ਕੀ ਨੇ? ਮਾਇਨੇ ਦੇਖੋ ਇਹ ਨੇ, ਅੱਜ ਦੀ ਦੁਨੀਆ 'ਚ ਹੀ ਦੇਖ ਲਈਏ ਕਿ ਜੇ ਆਪਾਂ ਸੰਸਾਰ ਦੇ ਵਿੱਚ ਗੁਣ ਨਹੀਂ ਦੇਖਾਂਗੇ, ਖੂਬੀਆਂ ਨਹੀਂ ਦੇਖਾਂਗੇ, ਵਡਿਆਈ ਨਹੀਂ ਦੇਖਾਂਗੇ, ਅਸੀਂ ਵਡਿਆਈ ਦੇ ਗਾਹਕ ਨਹੀਂ ਬਣ ਸਕਾਂਗੇ। ਮੈਂ ਅੱਗੇ ਵੀ ਬਾਤ ਕੀਤੀ ਹੈ, ਸਾਡੇ ਗੁਰਦੁਆਰਾ ਸੰਸਥਾ ਬਾਰੇ ਘਰਾਂ 'ਚ ਬਹੁਤ ਹੀ ਵਾਰੀ ਗੱਲਾਂ ਕੀ ਹੁੰਦੀਆਂ ਨੇ, ਬਹੁਤ ਨੈਗੇਟਿਵ ਟਾਕ ਕਰਦੇ ਹਾਂ ਅਸੀਂ। ਮੈਂ ਕਹਿੰਦਾ ਜਿਹੜੀ ਚੀਜ਼ ਇੱਥੇ ਕੰਮ ਕਰਨ ਦੀ ਲੋੜ ਆ, ਜਿੰਨਾ ਚੀਜ਼ਾਂ ਤੁਸੀਂ ਲੱਗਦ ਕਹਿੰਦੇ ਹੋ ਵੀ ਨੋ ਦੈਟ ਇਜ਼ ਅਨਐਕਸੈਪਟੇਬਲ ਹੈ, ਦੈਟ ਇਜ਼ ਹੈਵ ਟੂ ਬੀ ਫਿਕਸ, ਓਕੇ ਠੀਕ ਹੈ, ਫਿਕਸ ਕਰੋ ਉਹਨੂੰ, ਪਰ ਜਦੋਂ ਬਾਤ ਕਰਨੀ ਹੈ ਬਾਤ ਬੈਲੈਂਸਡ ਵੇ ਨਾਲ ਕਰੋ ਤੇ ਇਹ ਚੀਜ਼ ਨੂੰ ਡਿਸਟਿੰਗੁਇਸ਼ ਕਰੋ। ਜਿਹੜਾ ਇੱਕ ਹਿਊਮਨ ਬੀਇੰਗ ਦਾ ਬਿਹੇਵੀਅਰ ਹੈ, ਕਿਸੇ ਗੁਰਦੁਆਰੇ ਨਾਲ ਉਹ ਸ਼ਖਸ ਐਸੋਸੀਏਟ ਹੈ, ਕੁਛ ਵੀ ਹੈਗਾ, ਉਹਦੇ ਤੇ ਗੁਰਦੁਆਰਾ ਸੰਸਥਾ 'ਚ ਵੱਖਰੀਆਂ ਦੋ ਚੀਜ਼ਾਂ ਨੇ। ਗੁਰਦੁਆਰਾ ਗੁਰੂ ਗ੍ਰੰਥ ਸਾਹਿਬ ਤੋਂ ਆਉਂਦਾ ਹੈ। ਗੁਰਦੁਆਰਾ ਜਿਹੜਾ ਇੰਸਟੀਟਿਊਸ਼ਨ ਆ, ਇਹਦੇ 'ਚ ਗੁਰਬਾਣੀ, ਇਹਦੇ ਸਾਰੀ ਉਸ ਲੈਵਲ ਦੀ ਬਾਤ ਆ, ਉਹਨੂੰ ਪਕੜੋ। ਹੁਣ ਜਿਹੜੀ ਗੱਲ ਆ ਰਹੀ ਹੈ ਕਿ ਜਦੋਂ ਤੁਸੀਂ ਬਹੁਤ ਜ਼ਿਆਦਾ ਨੈਗੇਟਿਵਿਟੀ ਦੇ ਅੰਦਰ ਚਲੇ ਜਾਓਗੇ ਤੇ ਨੈਗੇਟਿਵਿਟੀ ਤੇ ਐਂਡ ਆਫ ਦਾ ਡੇ ਕੀ ਕਰੇਗੀ? ਬੰਦੇ ਨੂੰ ਤੁਸੀਂ ਐਜੂਕੇਸ਼ਨ ਸਿਸਟਮ ਜਿਵੇਂ ਹੁੰਦਾ, ਗ੍ਰੇਡ 9 10 ਜਾ ਰਹੇ ਬੱਚੇ, ਉਹਨਾਂ ਨੂੰ ਬਹੁਤੀਆਂ ਗੱਲਾਂ ਅਪੀਲ ਕਰਦੀਆਂ ਨੇ, ਐਜੂਕੇਸ਼ਨ ਇਜ਼ it's a damn, it's nothing, it's bad, it's bogus. Today's education is not giving us any kind of good thing or any kind of good results. So this is all actually kind of cult. ਤੁਸੀਂ ਸ਼ਾਇਦ ਸੁਣਿਆ, ਮੈਂ ਤਾਂ ਰੋਜ਼ ਬੱਚਿਆਂ ਨਾਲ ਡੀਲ ਕਰਦਾ ਇਸ ਤਰੀਕੇ ਦੇ ਨਾਲ। ਮੈਂ ਉਹਨਾਂ ਨੂੰ ਕਹਿੰਦਾ ਤੁਸੀਂ ਬਿਲਕੁਲ ਰਾਈਟ ਹੋ, ਬਿਲਕੁਲ ਠੀਕ ਹੋ। ਮੈਂ ਤੁਹਾਡੀ 100% ਗੱਲ ਨਾਲ ਸਹਿਮਤ ਆ ਵੀ ਐਜੂਕੇਸ਼ਨ ਬੋਗਸ ਆ, ਇਹ ਕਾਰਪੋਰੇਟ ਵਰਲਡ ਨੂੰ ਪ੍ਰਮੋਟ ਕਰਦੀ, ਸਭ ਕੁਛ ਬਿਲਕੁਲ ਠੀਕ ਹੈ, ਪਰ ਤੁਸੀਂ ਗ੍ਰੇਡ 8 'ਚ 9 'ਚ 10 'ਚ 11 12 ਇੱਥੇ ਜਾ ਰਹੇ ਹੋ। ਇੱਥੇ ਜੋ ਤੁਹਾਡੇ ਟੀਚਰ, ਜੋ ਤੁਹਾਡਾ ਸਿਲੇਬਸ, ਜੋ ਤੁਹਾਡਾ ਸਕੂਲ ਕਹਿ ਰਿਹਾ ਉਹਨੂੰ ਪੜ੍ਹੋ, ਉਹਨੂੰ ਸਮਝੋ। ਇਸ ਸਾਰੇ ਗ੍ਰੇਡਸ ਦੇ ਵਿੱਚ ਤੁਸੀਂ ਸਿਰਫ ਸਬਜੈਕਟ ਇਸ ਕਰਕੇ ਪੜ੍ਹਦੇ ਨੇ ਤੁਹਾਨੂੰ ਪੜ੍ਹਨਾ ਆ ਜਾਏ, ਤੁਹਾਨੂੰ ਚੀਜ਼ਾਂ ਸਮਝਣੀਆਂ ਆ ਜਾਣ। ਜਦੋਂ ਇੱਕ ਲੈਵਲ ਆਏਗਾ, ਜਦੋਂ ਤੁਸੀਂ ਉਸ ਲੈਵਲ ਤੇ ਚਲੇ ਜਾਓਗੇ, then you can challenge this system with proper caliber। ਜੇ ਕੈਲੀਬਰ ਹੀ ਨਹੀਂ ਹੋਏਗਾ, ਇਹ ਤੇ ਹੈ ਨਹੀਂਗਾ ਨਾ ਕਿ ਕੋਈ ਬੰਦਾ ਕਹੇ ਵੀ no today's physics is actually not right, today's philosophy is not right। ਭਾਈ ਠੀਕ ਹੈ, ਜੇ ਨਹੀਂ ਹੈਗੀ ਤਾਂ ਰਾਈਟ ਕਰਕੇ ਦਿਖਾਓ, ਉਹਦਾ ਕੈਲੀਬਰ ਨਹੀਂ ਹੈਗਾ। ਸੋ ਇਸ ਰੂਪ ਦੇ ਵਿੱਚ ਆਪਣੇ ਆਪ ਨੂੰ ਓਪਨਲੀ ਸੰਸਾਰ ਸਮਾਜ ਵਿੱਚ ਲੈ ਕੇ ਜਾਓ, ਤੇ ਇਹ ਹੋ ਤਾਂ ਸਕਦਾ ਆ ਜਿਹਦੀਆਂ ਖੂਬੀਆਂ ਵੀ ਗਿਣੋਗੇ, ਤੇ ਜੇ ਇਹਦੇ ਬਾਰੇ ਕੁਝ ਪੋਜ਼ਿਟਿਵ ਵੀ ਪੜ੍ਹੋਗੇ ਤਾਂ ਕਰੇਗਾ ਮਨ ਪੜ੍ਹਨ ਨੂੰ, ਅਦਰਵਾਈਜ਼ ਨਹੀਂ ਕਰੇਗਾ। ਹੁਣ ਜਿਹੜੀ ਬਾਤ ਕਰ ਰਿਹਾ ਮੈਂ, ਅਕਾਲ ਪੁਰਖ ਵਾਹਿਗੁਰੂ, ਉਹਦੀ ਆਸਥਾ, ਉਹਦਾ ਅਹਿਸਾਸ ਜਿਹੜਾ ਆ, ਉਹਦੇ ਗੁਣਾਤਮਕ ਪੱਖ ਨੂੰ ਤੁਸੀਂ ਦੇਖੋਗੇ। ਤੇ ਗੁਣਾਤਮਕ ਪੱਖ ਨੂੰ ਇਸ ਕਰਕੇ ਦੇਖੋਗੇ, ਮੈਂ ਰੱਬ ਦੇ ਗੁਣਾਂ ਦੀਆਂ ਗੱਲਾਂ ਕਰਦਾ ਹਾਂ, ਜਿਵੇਂ ਸਿੰਪਲ 2-4 ਪ੍ਰਮਾਣ ਬਾਣੀ 'ਚ ਲਈਏ ਤਾਂ ਅਸੀਂ ਬਚਨ ਲੈਂਦੇ ਹਾਂ, ਮਿੱਠ ਬੋਲੜਾ ਜੀ ਹਰ ਸੱਜਣ ਸੁਆਮੀ ਮੋਰਾ, ਹੋਂ ਸੰਭਲ ਥੱਕੀ ਜੀਓ ਕਦੇ ਨਾ ਬੋਲੇ ਕੌੜਾ, ਕੌੜਾ ਬੋਲ ਨਾ ਜਾਣੈ ਪੂਰਨ ਭਗਵਾਨ। ਅਸੀਂ ਸ਼ਬਦ ਪੜ੍ਹਦੇ ਹਾਂ। ਹੁਣ ਮੈਂ ਕਹਿੰਦਾ, ਰੱਬ ਜੀ ਤੂੰ ਸਭ ਦੇ ਨਾਲ ਪਿਆਰ ਕਰਨ ਵਾਲਾ ਹੈ, ਤੇਰੇ ਬਾਰੇ ਗੁਰੂ ਗ੍ਰੰਥ ਸਾਹਿਬ ਕਹਿ ਰਿਹਾ ਹੈ ਤੂੰ ਕੁੜੱਤਣ ਨਾਲ ਨਹੀਂ ਭਰਿਆ, ਮਿਠਾਸ ਨਾਲ ਭਰਿਆ ਹੈ। ਐਟ ਦ ਸੇਮ ਟਾਈਮ ਮੇਰਾ ਮਨ ਮੈਨੂੰ ਇਹ ਕਹੇ, ਤੂੰ ਜਦੋਂ ਮੂੰਹ ਖੋਲ ਕਰਦਾ ਤੂੰ ਸਵਾਏ ਕੁੜੱਤਣ ਤੋਂ ਕੁਝ ਬੋਲਦਾ ਹੀ ਨਹੀਂਗਾ। ਇੱਥੇ ਜਾ ਕੇ ਫਿਰ ਬੰਦੇ ਨੂੰ ਜਿਹੜਾ ਅਹਿਸਾਸ ਆਏਗਾ। ਇਸ ਤਰ੍ਹਾਂ ਇੱਥੋਂ ਇੱਕ ਚੇਂਜ ਸ਼ੁਰੂ ਹੁੰਦਾ ਆ। ਮੈਂ ਇੱਕ ਪਾਸੇ ਪੜ੍ਹ ਰਿਹਾ ਵਾਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵੀ ਉਹ ਅਕਾਲ ਪੁਰਖ ਜਿਹੜਾ ਆ ਕਰਤਾ ਆ, ਕਰਨਹਾਰ ਹੈ, ਸਿਰਜਣਹਾਰ ਆ, ਉਹ ਸਾਰੀ ਸਿਰਜਣਾ ਕਰ ਰਿਹਾ, ਕ੍ਰੀਏਟਰ ਆ। ਮੈਂ ਆਪ ਸੁਸਤੀ ਦਾ ਮਾਰਿਆ, ਕੋਈ ਕਿਸੇ ਕਿਸਮ ਦੇ ਨਾਲ ਕੰਸਟਰਕਟਿਵ ਕੰਮ ਨਹੀਂ ਕਰਦਾ, ਸੁਬਾਹ ਤੋਂ ਸ਼ਾਮ ਤੱਕ ਸ਼ਿਕਾਇਤਾਂ ਤੋਂ ਬਿਨਾਂ ਕੁਛ ਵੀ ਨਹੀਂ ਪੱਲੇ ਦੇ ਵਿੱਚ। ਜੇ ਇਹੋ ਜਿਹੇ ਬਚਨ ਪੜਾਂਗਾ ਕਿਤੇ ਮਨ ਮੰਡਲੇ 'ਚ ਆਤ ਆਏਗੀ, ਜਿਸ ਰੱਬ ਦੀ ਗੱਲ ਕਰ ਰਹੇ ਹੈ ਉਹ ਤੇ ਸਿਰਜਣਹਾਰ ਹੈ। ਆਖਰਕਾਰ ਤੂੰ ਵੀ ਕੁਝ ਰੋਲ ਪਾ, ਤੂੰ ਵੀ ਕੁਝ ਆਪਣਾ ਹਿੱਸਾ ਪਾ। ਆਹ ਚੀਜ਼ ਹੈ। ਇਹਨੂੰ ਗੁਰੂ ਸਾਹਿਬ ਨੇ ਕਿਹਾ, ਜਿਹੋ ਜੀ ਦੀ ਸੇਵਾ ਕਰੋਗੇ, ਜਿਹੋ ਜਿਹੇ ਬਚਨ ਪੜੋਗੇ, ਜਿਹੋ ਜਿਹੇ ਬੋਲ ਪੜੋਗੇ, ਬੜੀ ਜਲਦੀ ਉਹੋ ਜਿਹਾ ਜੀਵਨ ਹੋਣਾ ਸ਼ੁਰੂ ਹੋ ਜਾਏਗਾ। ਮੈਂ ਉਹਨੂੰ ਕਿਹਾ, ਜਿਹੜਾ ਮੈਂ ਬਾਤ ਕਰ ਰਿਹਾ ਸੀਗਾ,
मैं क्या गुरु ग्रंथ साहब का आइडिया ये है, तो इस आइडिया ਨੂੰ तू भी अप्लाई करदा हर रोज़। बच्चे तेन कहिंदे होणगे घर आके सोसाइटी इज नॉट गुड, स्कूल्स आर नॉट गुड, वी आर एक्चुअली हैविंग सो मैनी ट्रबल्स, तो तू विचों उन्होंने कढ़ के दसेगा डोंट वरी, देयर आर एक्चुअली दिस इज मिक्सचर ऑफ गुड एंड बैड, जस्ट पे अटेंशन टू द गुड साइड। One day you will be able to actually remove the all bad stuff from society, but until that you have to tolerate। ਇਹਦੇ ਨਾਲ ਇੱਕ ਤਰੀਕਾ ਹੁੰਦਾ ਹੈ, ਇਹੋ ਚੀਜ਼ ਆ ਸਾਡੀ ਮਨ ਦੀ ਦੁਨੀਆ ਦੇ ਵਿੱਚ। ਜੇ ਅਸੀਂ ਉਸ ਲੈਵਲ ਤੇ ਆ ਜਾਵਾਂਗੇ ਤੇ ਫਿਰ ਕੀ ਹੈ, ਬਸ ਤੁਸੀਂ ਸਮਾਜਾਂ 'ਚ ਦੇਖਦੇ ਹੋ ਬੰਦਾ ਕਹਿੰਦਾ ਅੱਛਾ ਇਹ ਦੁਨੀਆ ਬੜੀ ਖਰਾਬ ਹੋ ਗਈ ਹੈ, ਕਲਰਡ ਪੀਪਲ ਆਰ ਵੈਰੀ ਬੈਡ, ਫਲਾਂ ਕਮਿਊਨਿਟੀ ਫਲਾਂ ਬੈਡ, ਆ ਬੈਡ, ਚਲੋ ਜੀ ਗਨ ਚੁੱਕੋ ਮਾਰਨ ਚਲੋ, ਬੰਬ ਚੁੱਕੋ ਮਾਰਨ ਚਲੋ, ਇਸ ਕਿਸਮ ਦੇ ਨਾਲ ਇਸ ਸਾਰੇ ਦਾ ਜੇ ਤੁਸੀਂ ਪਿੱਛੇ ਦੇਖੋਗੇ ਤੇ ਇਹੀ ਹੈ, ਨਫ਼ਰਤ ਅੰਦਰ ਲਗਾਤਾਰ ਭਰੇਗੀ। ਤੇ ਨਫ਼ਰਤ ਮਨੁੱਖਾਂ ਦੇ ਪ੍ਰਤੀ, ਆਲੇ ਦੁਆਲੇ ਪ੍ਰਤੀ ਮਨ ਵਿੱਚੋਂ ਪ੍ਰਗਟ ਹੋਈ, ਤੇ ਜੇ ਮਨ ਦੀ ਦੁਨੀਆ 'ਚ ਕਿਤੇ ਖੂਬੀ ਦਾ ਰੰਗ ਆਏਗਾ। ਧਰਮ ਨੂੰ ਜਦੋਂ ਮਾਰਕਸ ਇਸ ਲੈਵਲ ਤੇ ਕਹਿੰਦਾ ਹੈ ਕਿ ਰਿਲੀਜਨ ਇਜ਼ ਏ ਕਾਈਂਡ ਆਫ ਓਪੀਅਮ, ਅਫੀਮ ਹੈ, ਸਵਾਦ ਦਿੰਦੀ ਬੰਦੇ ਨੂੰ, ਠੀਕ ਹੈ ਗੱਲ। ਉਹਦਾ ਕਾਰਨ ਹੈ ਜਦੋਂ ਰਿਐਲਿਟੀ ਤੋਂ ਤੋੜ ਕੇ ਦੇਖੀ ਜਾਂਦੀ ਹੈ। ਗੁਰੂ ਗ੍ਰੰਥ ਸਾਹਿਬ ਜਾਂ ਇਹੋ ਜੋ ਇਹ ਬਾਣੀ ਹੈ, ਇਹ ਤੁਹਾਨੂੰ ਰਿਐਲਿਟੀ ਦੇ ਨੇੜੇ ਰੱਖਦੀ ਹੈ। ਸਾਨੂੰ ਕਿਹਾ ਗਿਆ ਅਸੀਂ ਰੱਬ ਦੀ ਸੇਵਾ 'ਚ ਲੱਗਣਾ। ਰੱਬ ਦੀ ਸੇਵਾ ਕਰਨ ਵਾਸਤੇ ਕਿਸੇ ਇੱਕ ਸਪੈਸੀਫਿਕ ਕਲਟ ਐਲੀਟ ਇਹਦੀ ਗੱਲ ਨਹੀਂ ਕੀਤੀ। ਗੁਰੂ ਗ੍ਰੰਥ ਸਾਹਿਬ ਡਾਇਰੈਕਟਲੀ ਕਹਿੰਦਾ ਵਿੱਚ ਦੁਨੀਆ ਸੇਵ ਕਮਾਈ ਹੈ। ਮੈਂ ਬੀਤੇ ਹਫ਼ਤੇ ਹੀ ਪ੍ਰਿਜ਼ਨ ਵਿੱਚ ਸੀਗਾ, ਤੇ ਉੱਥੇ ਇੱਕ ਬੜੇ ਮੁਹੰਮਦਨ ਸਕਾਲਰ ਨਾਲ ਗੱਲ ਹੋ ਰਹੀ ਸੀ, ਐਂਡ ਦੇ ਵਰ ਟਾਕਿੰਗ ਅਬਾਊਟ ਸਮ ਕਾਈਂਡ ਆਫ ਡੋਨੇਸ਼ਨ ਪ੍ਰੈਕਟਿਸਿਸ, ਜਿਹੜੀਆਂ ਡੋਨੇਸ਼ਨ ਵਗੈਰਾ ਕਰਦੇ ਆ ਇਹਦੇ ਉੱਤੇ। ਅਤੇ ਉਹ ਮੈਨੂੰ ਕਹਿੰਦਾ ਕਿ ਟੂ ਗਿਵ ਸਮ ਕਾਈਂਡ ਆਫ ਇੰਸਪੀਰੇਸ਼ਨ ਹਿਊਮਨ ਬੀਇੰਗ, what kind of words we should present, what kind of presentation we have, so that other people can get actually idea, yes we have to donate something। ਤੇ ਮੈਂ ਉਹਨਾਂ ਨੂੰ ਜਿਹੜਾ ਸਾਡਾ ਬਚਨ ਹੈ ਨਾ ਸਾਡੇ ਤਾਂ ਕਰਦਾ, ਗਰੀਬ ਕੀ ਰਸਨਾ ਗੁਰੂ ਕੀ ਗੋਲਕ। ਜੇ if anybody want to actually put any amount or any kind of money in the ਰੱਬ ਜੀ ਔਰ ਗੋਡ ਔਰ ਕ੍ਰੀਏਟਰਸ ਪਿਗੀ ਬੈਂਕ, ਉਹਦੇ 'ਚ ਪਾਉਣਾ ਚਾਹੁੰਦਾ ਆ, ਬਸ ਸਿੰਪਲ ਆ, ਜਿਹੜੇ ਗਰੀਬ ਦਾ ਮੂੰਹ ਹੈ, ਨੀਡੀ ਦਾ ਜਿਹੜਾ ਮੂੰਹ ਆ, ਉਹਦੇ 'ਚ ਪਾ ਦੇ। ਜਦੋਂ ਮੈਂ ਇਹ ਗੱਲ ਕਹੀ, ਉਹ ਥੋੜ੍ਹੀ ਦੇਰ ਲਈ ਚੁੱਪ ਕਰ ਗਿਆ। ਚੁੱਪ ਕਰਕੇ ਕਹਿੰਦਾ ਹੈ, ਵਾਓ, ਇਜ਼ ਇਟ ਰਿਟਨ? ਮੈਂ ਕਿਹਾ ਯੈਸ। ਉਹਨੂੰ ਲੱਗਾ ਐਸੀ ਕਮਾਲ ਦੇ ਵਰਡ ਕਾਹਦੇ ਨੇ, ਤੇ ਸਿੱਧੇ ਤੌਰ ਤੇ ਕਮਾਲ ਕੀਤੀ ਪਈ ਹੈ। ਤੇ ਮੈਂ ਉਹਨੂੰ ਕਿਹਾ ਇਹ ਇਟਸ ਨੋਟ ਜਸਟ ਐਕਚੁਅਲੀ, ਦੀਜ਼ ਆਰ ਨੋਟ ਜਸਟ ਐਕਚੁਅਲੀ ਏ ਟਰਮੀਨੋਲੋਜੀ, ਦਿਸ ਇਜ਼ ਏ ਗੇਟ ਵੇ ਆਫ ਸੈਲਵੇਸ਼ਨ। ਇਹ ਮੁਕਤੀ ਦਾ ਦੁਆਰ ਹੈ ਸਿੱਧਾ, ਜੇ ਬੰਦਾ ਤੁਰ ਪਵੇ ਤੇ। ਹੁਣ ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਨੇ, ਇਹੋ ਜਿਹੇ ਗੁਣ ਜਿਹੜੇ ਨੇ, ਬੰਦਾ ਗਾਏਗਾ, ਪੜ੍ਹੇਗਾ, ਸਮਝੇਗਾ, ਅਲਟੀਮੇਟਲੀ ਕੀ ਹੋ ਜਾਏਗਾ? ਗੁਣਾਂ ਵਾਲਾ ਹੋ ਜਾਏਗਾ। ਬਾਕੀ ਜੇ ਕੋਈ ਇਹ ਕਹੇ ਕਿ ਮੈਂ ਵੱਧ ਤੋਂ ਵੱਧ ਰੱਬ ਦੀ ਵਡਿਆਈ ਸਿਫਤ ਕਰਕੇ ਵੱਡਾ ਹੋ ਜਾਵਾਂਗਾ, ਬਾਣੀ ਕਹਿੰਦੇ ਇਹਦੇ ਨਾਲ ਕੋਈ ਵੱਡਾ ਨਹੀਂ ਹੋਇਆ। ਵੱਡਾ ਤਾਂ ਉਦੋਂ ਹੋਏਗਾ ਜਦੋਂ ਇਹੀ ਸ਼ਬਦ ਪੜ੍ਹ ਦਿਓ, ਇੱਕ ਦੂਜੀ ਭੋ ਲੱਖ ਹੋਏ, ਲੱਖ ਹੋਏ ਲੱਖ ਵੀਸ, ਲੱਖ ਲੱਖ ਗੇੜਾ ਆਖੀਆਂ ਏਕ ਨਾਮ ਜਗਦੀਸ਼, ਇਹ ਤਰਾਹ ਪਤ ਪੌੜੀਆਂ ਚੜੀਆ ਹੋਏ ਕੀ। ਸੁਣ ਗੱਲਾਂ ਆਕਾਸ਼ ਕੀ, ਗੱਲਾਂ ਤੇ ਅਸਮਾਨੀ ਸੀਗੀਆਂ, ਕੀਟਾਂ ਆਈ ਰੀਸ, ਜਿਸ ਕੀੜੇ ਨੇ ਜ਼ਮੀਨ ਤੋਂ ਉੱਪਰ ਉੱਠਣਾ ਹੀ ਨਹੀਂਗਾ। ਹੁਣ ਸਪੋਜ਼ ਇਹ ਜਿੱਥੇ ਮੈਂ ਬੈਠ ਕੇ ਗੱਲ ਕਰ ਰਿਹਾ ਵਾਂ, ਇੱਕ ਸਿੱਖ ਹੋਣ ਦੇ ਨਾਤੇ ਇਹ ਫਰਜ਼ ਹੈ, ਸਾਰਿਆਂ ਦਾ ਫਰਜ਼ ਹੈ। ਹਰ ਸਿੱਖ ਹੀ ਪ੍ਰਚਾਰਕ ਹੈ, ਹਰ ਸਿੱਖ ਹੀ ਜਿਹੜਾ ਹੈਗਾ ਗੁਰੂ ਕਾ ਮੈਸੇਂਜਰ ਹੈ। ਪਰ ਜਦੋਂ ਅਸੀਂ ਡਿਊਟੀ ਦੇ ਰੂਪ ਵਿੱਚ ਦੇਖਦੇ ਹੈਗੇ ਹਾਂ, ਤੇ ਇੱਥੇ ਬੈਠਾ ਮੈਂ ਗੁਰੂ ਕੀ ਬਾਤ ਕਰ ਰਿਹਾ ਸਰੂਪ ਦੇ ਵਿੱਚ, ਤੇ ਇਸੇ ਕਰਕੇ ਦਿਲੋਂ ਅਰਦਾਸ ਵੀ ਕਰੀ ਦੀ ਹੈ, ਤਰਲਾ ਵੀ ਲਈ ਤਾਂ ਦਾਤਾ ਇਸ ਰਾਹ 'ਤੇ ਤੋਰਿਆ। ਅਕਸਰ ਲੋਕ ਕਹਿੰਦੇ ਸਿੱਖੀ ਕੇਸਾਂ ਸਵਾਸਾਂ ਨਾਲ ਨਿਭ ਜਾਏ, ਚੀਜ਼ ਹੋ ਜਾਏ। ਐਕਚੁਅਲ ਲੈਵਲ 'ਤੇ ਗੱਲ ਇਹ ਹੈ ਕਿ ਬੰਦਾ ਗੱਲਾਂ ਤਾਂ ਬੜੀਆਂ ਵੱਡੀਆਂ ਵੱਡੀਆਂ ਕਰੇ, ਜਦੋਂ ਮੌਕਾ ਬਣੇ ਉਦੋਂ ਧਰਤੀ 'ਤੇ ਡਿੱਗ ਜਾਏ। ਇਹ ਚੀਜ਼ ਹਿਪੋਕ੍ਰੇਸੀ ਹੈ, ਇਹ ਮਾਰਦੀ ਹੈ। ਮਹਾਰਾਜ ਨੇ ਬਿਆਨ ਕੀਤਾ, ਗੱਲਾਂ ਵੱਡੀਆਂ ਕਰ, ਬਾਤ ਕਰ ਉਸ ਵੱਡੇ ਦੀ, ਪਰ ਚੇਤੇ ਰੱਖੀ ਉਸ ਵੱਡੇ ਦੀ ਰੀਸ ਨਹੀਂ, ਉਸ ਵੱਡੇ ਦਾ ਤਰਸ ਮੰਗਣਾ ਹੈ, ਉਸ ਵੱਡੇ ਦੀ ਬਖਸ਼ਿਸ਼ ਨਵਾਜ਼ਿਸ਼ ਮੰਗਣੀ। ਤੇ ਜੇ ਕੁਝ ਆ ਵੀ ਗਿਆ ਨਾ,
तो फिर ये भी कहना दाता है तेरी दात है। मैं मिच मिट्टी, गुरु रामदास साहब के शब्द असीं पढ़ते हैं, असीं वाक पढ़ीए तो महाराज जिक्र करते कि हम रुलते फिरते कोई बात ना पूछता, जो अमरी बिद होती मेरे सतगुरा साबित तुम हर जानो आपे। भी जे किते कुछ मेरी होंदी बात तो मैं तो वही सीगा अनाथ बच्चा लाहौर दियां गलियां च रुलण वाला, जिन्हों कोई पुछदा नहीं सीगा, बसर के शहर दे च घुंगणियां वेच रहा सीगा। अखीर जिन्हें नवाजिया वो तो तू है दाता, मैं तो तेरी 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 नवाजिश विचों निकलिया। इस करके जे मान भी है कुछ तो इस मिट्टी नूं तेरे करके है, तू हिंद है इस रूप दे च। अंग्रेजी राइटर की कई बार बात करते ना, क्राइंग मून, आपने शायद कितने पढ़ी हो, मैं बात कोड भी की हुई कितने, तो कहता कि जदों लोग चंद्रमा की तारीफ बड़ी करते हैं, तो जो चंद्रमा की तारीफ बड़ी होंगी है, तो कहता भी मैं चंद्रमा नूं देखदा वो रो रहा आ। वो कहते कमाल है, तू क्यों रो रहा आ, तेरी तो तारीफ ही बड़ी हो रही है, तो वडियाई बड़ी हो रही है। तो कहता इसे करके तो रो रहा वा, एक्चुअल लैवल ते मेरा तो कुछ है ही नहीं, ये सारी रोशनी सूरज तो आ रही है, मैं तो सिर्फ रिफ्लैक्ट कर रहा हाँ। तो ये चीज़ जिहड़ी है तुहानूं हल्कियां भी कर देंदी है, तुहानूं हौला भी कर देंदी है। तुसीं एहसास करदे हो मैं कुछ नहीं, जे कुछ चंगा है तो उधरों आ रहा है तो रिफ्लैक्ट बैक कर रहा है, मैं कौन हुन्ना विच। इत्थे फिर तुसीं अपने भगत साहिबान गुरु साहिबान देखो, गुरु नानक साहब मतलब जिन्हां दी वडियाई स्तुति करदे आ, साडे कोल ते लफज भी नहीं है। धन गुरु गोबिंद सिंह सरी खीरू की वडियाई करोगे, सारी उन्हां दी जीवन दा धारा देख लवो, किते पहाड़ियां नाल ते किते मुगलों दे नाल जंग लड़दियां बतीत होया है। मतलब लोहे दियां टनकारां खड़क रही ने एस्टैबलिशमेंट के नाल, ते मोमन जिहड़ा है धारा के लोग आ रहे हैं। अखीर दो पठान बच्चे जिहड़े मुसलमानों के बैकग्राउंड चों आ रहे हैं, वो आ रहे हैं, वो आके गुरु गोबिंद सिंह साहब की वक्खी दे खंजर मारते हैं, जिहदे करके गुरु साहब ज्योति जोत समाए ने। तो उस हस्ती नूं धन गुरु गोबिंद सिंह साहब बारे जदों हकीम अल्लाह यार खां जोगी नूं पढ़दे आ, तो वह जदों बयान करदा वो कहंदा सच है भी करतार की सुगंध नानक की कसम है, जितनी भी हो गोबिंद की वो तारीफ कम है। कहंदा जिन्नी कर लोगे स्तुति कर लोगे, अखीर कहांगे कोई थोड़ी है थोड़ी है थोड़ी है थोड़ी है, की वडियाओगे, वडियाई छोटी हो जाती है। पर जदों जदों इहो जी हस्ती नूं तुसीं आप देखो, उन्हां दीयां रचनावां दे विच गुरु नानक साहब नूं देखो, जपजी साहब तो असीं सारिਆਂ ने पढ़िया आ, जदों असीं असंख दीयां पौड़ियां पढ़दे आ, असंख मूर खंद कोर असंख चोर हराम खोर। बाबा नानक जी अपनी बात करते, जदों अपनी बात करते तो की कहिंदे, नानक नीच कहे विचार। मैं अज भी कहना पंजाबी जबान ईजीली समझ आउंदी सानू सारिਆਂ नूं, कोई बंदा जिन्ना मर्जी तुहाडे तो छोटा या माड़ा या कुछ भी है, तुसीं पंजाबी उन्होंने समझ आउंदी होए प्रॉपरली, उन्होंने कल्चर का पता होए, उन्होंने तुसीं ये कह दो भी तेरे तो नीच बंदा कोई नहीं, अगला कहेगा यार तू है नहीं या मैं नहीं, नो गल वड़ देंगा तेरा, हाउ कैन यू से इट, भाई तू मेरा की वेख लिया भी मैनू तू नीच क्यों। बाबा जी कहते नानक नीच कहे विचार। बाबा जी तुहाडे तो वड्डी ते हस्ती कोई है ही नहीं। बाबा जी ने अपने आप को माइनस कर लिया, क्या ये सब करतार दा आ, सत करतार। जिदन दोदे ने जमीन ऑफर की ना गुरु नानक साहब, गुरु नानक साहब नगर बसान लई जमीन लभ रहे थे, जमीन का टुकड़ा, दोदे खत्री ने कहा बाबा जी एक टुकड़ा है जमीन का, मेरे नाल चलो। तो बाबा जी ने मुआयना किया रावी के कंढे, जो करतारपुर पिछे तो सारा देखा, तो मुआयना करने तो बाद बाबा जी ने अंदाजा लाया जमीन का टुकड़ा ठीक है, नगर बस्ती वस सकती है इत्थे। बाबा जी कहते दोदे आ नगर पसंद, ये जमीन पसंद है सानू, इत्थे मोड़ी कड्डांगे वसावांगे, हाँ इहदा मुल तैनूं तारांगे असीं, तेरियां कुछ होर इहदे बाबत तेरी कोई अपनी कोई शर्त होए, तू कोई अपनी गल पहलां मनवाउणी होए उहदे मुताबक, क्योंकि हुण ते सौदा होएगा ना प्रॉपरली, जिहड़ा लॉ ऑफ लैंड है गुरु बाबा जी ने ਉਹਦੀ बरखिलाफत की, ਉਹਦੇ खिलाफ लोगों को जागृत किया सब कुछ, पर ਉਹਨੂੰ ਤੋੜਿਆ नहीं जितनी देर तक, क्या इसनूं फॉलो करना है, जिथे वो गैर मनुखी है हाँ ਉਹਦੇ खिलाफ गुरु बाबा जी ने अवेयर किया लोगों, क्या ये चीज़ ने
ਹੁਣ ਜਦੋਂ ਬਾਤ ਆਈ ਤੇ ਉਹ ਕਹਿੰਦਾ ਜੀ ਭੇਟਾ ਤੇ ਇਹਦੀ ਇਹੀ ਹੈ ਵੀ ਜਿਹੜੀ ਪ੍ਰਾਈਸ ਤੇ ਜਿਹੜੀ ਹੈ ਤੇ ਉਹ ਮੈਂ ਤੁਹਾਨੂੰ ਇਹੀ ਕਹਿ ਦਿੰਦਾ ਕਿ ਮੇਰੇ ਇੱਕ ਮਰਜ਼ੀ ਮੰਨ ਲਓ, ਮੇਰੀ ਇੱਕ ਗੱਲ ਮੰਨ ਲਓ, ਬਾਕੀ ਕੋਈ ਹੋਰ ਭੇਟਾ ਨਹੀਂ। ਬਾਬਾ ਜੀ ਕਹਿੰਦੇ ਦੋਧਿਆ ਦੱਸ, ਜੇ ਗੱਲ ਮੰਨਣ ਯੋਗ ਹੋਈ ਜ਼ਰੂਰ ਮੰਨਾਂਗੇ ਭਾਈ, ਅਸੀਂ ਜਿਹੜਾ ਹੈਗਾ ਨਗਰ ਵਸਾਉਣਾ, ਜ਼ਮੀਨ ਤੂੰ ਸਾਨੂੰ ਦੇ ਰਿਹਾ ਇਸ ਤਰੀਕੇ ਨਾਲ। ਕਹਿਣ ਲੱਗਾ ਜੀ ਗੱਲ ਇਹ ਹੈ ਕਿਉਂਕਿ ਮੈਂ ਤੁਹਾਨੂੰ ਪਿਆਰ ਬਹੁਤ ਕਰਦਾ ਹਾਂ, ਮੇਰਾ ਤੁਹਾਡੇ ਨਾਲ ਖਲੂਸ ਇਸ਼ਕ ਬਹੁਤ ਹੈ, ਮੈਂ ਚਾਹੁੰਦਾ ਜਿਹੜਾ ਨਗਰ ਵਸੇ ਨਾ ਉਹਦਾ ਨਾਂ ਮੇਰੇ ਮੁਤਾਬਕ ਹੋਏ। ਬਾਬਾ ਜੀ ਕਹਿੰਦੇ ਵੀ ਤੇਰੇ ਮੁਤਾਬਕ ਕੀ ਨਾਂ ਰੱਖਣਾ ਚਾਹੁੰਦਾ? ਕਹਿੰਦੇ ਕੋਈ ਤੁਹਾਨੂੰ ਪਿਆਰ ਬੜਾ ਕਰਦਾ, ਮੈਂ ਚਾਹੁੰਦਾ ਕਿ ਇੱਥੇ ਨਾਨਕਪੁਰਾ ਵਸੇ, ਇੱਥੇ ਨਾਨਕ ਦਾ ਪੁਰ ਵਸੇ, ਉਹਦੀ ਪੁਰੀ, ਉਹਦੀ ਮੈਂ ਇੱਥੇ ਕਹਿੰਦਾ ਨਗਰੀ ਵਸਾਈ ਜਾਏ। ਬਾਬਾ ਜੀ ਹੱਸ ਕੇ ਕਹਿਣ ਲੱਗੇ, ਕਹਿੰਦੇ ਦੋਧਿਆ ਗੱਲ ਇਹ ਹੈ, ਲੱਗਦਾ ਨਹੀਂ ਤੂੰ ਸਾਨੂੰ ਪਿਆਰ ਕਰਦਾ। ਕਹਿਣ ਲੱਗਾ ਨਾ ਬਾਬਾ ਜੀ ਇਹ ਗੱਲ ਨਾ ਕਹੋ, ਇਹ ਗੱਲ ਤੁਹਾਡੀ ਰਸਨਾ ਮੁਬਾਰਕ ਤੋਂ ਮੈਂ ਨਹੀਂ ਸੁਣ ਸਕਦਾ। ਬਾਬਾ ਜੀ ਮੇਰਾ ਰੋਮ ਰੋਮ ਰਹਿਣੀ ਹੈ, ਤੁਸੀਂ ਮਨੁੱਖਤਾ ਦਾ ਜੀਵਨ ਸਿਖਾ, ਜਿਹੜਾ ਜੀਣਾ ਸਿਖਾਤਾ, ਮਨੁੱਖ ਬਣਾਤਾ ਮੈਨੂੰ। ਬਾਬਾ ਜੀ ਨਾ, ਮੇਰੇ ਵਾਸਤੇ ਤੁਹਾਡੇ ਤੋਂ ਵੱਡੀ ਹਸਤੀ ਕੋਈ ਹੋਰ ਹੈ ਨਹੀਂ, ਇਸ ਕਰਕੇ ਮੈਂ ਤੇ ਚਾਹੁੰਦਾ ਕਿ ਮੈਂ ਤੁਹਾਡੇ ਨਾਲ ਇਸ਼ਕ ਵਿੱਚ ਖੀਵਾ ਵਾਂ। ਬਾਬਾ ਜੀ ਕਹਿੰਦੇ ਨਹੀਂ, ਤੂੰ ਸਾਡੇ ਇਸ਼ਕ 'ਚ ਖੀਵਾ ਨਹੀਂ ਹੈਗਾ, ਤੂੰ ਐਵੇਂ ਗੱਲਾਂ ਕਰਦਾ ਹੈ। ਕਹਿਣ ਲੱਗਾ ਹੱਦ ਹੋ ਗਈ ਬਾਬਾ ਜੀ, ਇਹ ਫਿਰ ਪਤਾ ਕਿਵੇਂ ਲੱਗੇ ਕਿ ਮੈਂ ਤੁਹਾਡੇ ਇਸ਼ਕ 'ਚ ਖੀਵਾ ਹਾਂ? ਬਾਬਾ ਜੀ ਕਹਿੰਦੇ ਜਿਹੜਾ ਮੇਰੇ ਨਾਲ ਇਸ਼ਕ ਕਰੇਗਾ, ਜਿਹਦੀ ਮੇਰੇ ਨਾਲ ਸਾਂਝ ਹੋਏਗੀ, ਉਹ ਮੇਰੇ ਨਾਲ ਸਾਂਝ ਇਹਦੀ ਤੇ ਹੈ ਨਹੀਂ ਗੀ। ਮੇਰੇ ਨਾਲ ਸਾਂਝ ਤੇ ਬਚਨਾਂ ਦੀ ਹੈ, ਬੋਲਾਂ ਦੀ ਹੈ, ਬਾਣੀ ਹੈ। ਕਿਉਂਕਿ ਜਿਵੇਂ ਮੈਂ ਖੁਦ ਇੱਕ ਵਾਰੀ ਉਹ ਥੋੜਾ ਲਿਖਿਆ ਸੀਗਾ ਜਦੋਂ ਕਿਤੇ ਕਲਮਸਾਨੀ ਕਰਦਾ ਸੀਗਾ ਕਿ ਪਾ ਬਾਣੀ ਦਾ ਚੋਲਾ ਬਾਬਾ ਹੀ ਰੂਪ ਵਟਾਇਆ ਕੈਸਾ। ਬਾਬੇ ਦਾ ਰੂਪ ਅਸਲ 'ਚ ਕੁਝ ਨਹੀਂ, ਬਾਬੇ ਦਾ ਰੂਪ ਬਾਣੀ ਦਾ ਚੋਲਾ ਆ। ਬਾਬਾ ਆਪਣਾ ਚੋਲਾ ਬਾਣੀ 'ਚ ਵਟਾ ਗਿਆ। ਬਾਬਾ ਇਸ ਰੂਪ ਦੇ ਵਿੱਚ ਉਸ ਤਰੀਕੇ ਨਾਲ ਜਿਹੜਾ ਹੈਗਾ ਹੋਇਆ। ਬਾਬਾ ਜੀ ਨੇ ਕਿਹਾ ਜੇ ਤੂੰ ਵਾਕਿਆ 'ਚ ਮੈਨੂੰ ਪਿਆਰ ਕਰਦਾ ਤੇ ਮੇਰੇ ਬੋਲਾਂ ਨੂੰ ਪਿਆਰ ਕਰਦਾ, ਲਫ਼ਜ਼ਾਂ ਅਲਫਾਜ਼ਾਂ ਹਰਫਾਂ ਨੂੰ ਸੁਣਦਾ। ਉਹ ਕਹਿੰਦਾ ਜੀ ਬੜਾ ਸੁਣਨਾ, ਉਹਨਾਂ ਕਰਕੇ ਹੀ ਸਾਂਝ ਆ। ਬਾਬਾ ਜੀ ਕਹਿੰਦੇ ਫਿਰ ਜੇ ਹਰਫਾਂ ਨੂੰ ਸੁਣਨਾ ਹੈ ਤੇ ਮੇਰੀ ਜ਼ਬਾਨ ਤੋਂ ਹਰ ਵਕਤ ਕੀ ਸੁਣਨਾ ਆ? ਦੋਦਾ ਦੋ ਕੁ ਪਲ ਚੁੱਪ ਕਰਕੇ ਫਿਰ ਕਹਿੰਦਾ ਬਾਬਾ ਜੀ ਜੇ ਮੈਂ ਬੜਾ ਧਿਆਨ ਮਾਰ ਕੇ ਦੇਖਦਾ ਆ ਤੇ ਤੁਹਾਡੇ ਇਹ ਲਫ਼ਜ਼ ਮੇਰੇ ਕੰਨ 'ਚ ਵਾਰ-ਵਾਰ ਗੂੰਜਦੇ ਨੇ, ਸਤ ਕਰਤਾਰ, ਸਤ ਕਰਤਾਰ, ਸਤ ਕਰਤਾਰ। ਰਹਿਣ ਵਾਲਾ ਇੱਕ ਹੈ ਸਿਰਜਣਹਾਰ, ਰਹਿਣ ਵਾਲਾ ਇੱਕ ਹੈ ਸਿਰਜਣਹਾਰ, ਇਹ ਲਫ਼ਜ਼ ਨੇ। ਬਾਬਾ ਜੀ ਕਹਿੰਦੇ ਫਿਰ ਜਦੋਂ ਤੂੰ ਲਫ਼ਜ਼ ਇਹ ਬੋਲ ਇਹ ਸੁਣਦਾ ਸਤ ਕਰਤਾਰ, ਸਤ ਕਰਤਾਰ, ਤੇ ਨਗਰ ਕਿਹੜਾ ਵਸਣਾ ਚਾਹੀਦਾ ਹੈਗਾ? ਤੋਦਾ ਹੱਥ ਬੰਨ ਕੇ ਕਹਿੰਦਾ ਹਾਂ ਕਰਤਾਰਪੁਰ। ਬਾਬਾ ਜੀ ਕਹਿੰਦੇ ਹੀ ਵਸਾ ਦਿਆਂਗੇ। ਐਕਚੁਅਲੀ ਜਿਨ੍ਹਾਂ ਨੇ ਆਪਣੇ ਆਪ ਨੂੰ ਕਿਤੇ ਜ਼ਾਹਰ ਹੀ ਨਹੀਂ ਕੀਤਾ, ਇਹ ਰੂਪ ਆ। ਜਦੋਂ ਬੰਦਾ ਇਸ ਲੈਵਲ ਤੇ ਚਲਾ ਜਾਏਗਾ ਗੁਣਾਤਮਕ ਪੱਖ ਤੋਂ, ਗੁਣ ਤੇ ਉਹਦੇ ਬੇਅੰਤ ਨੇ। ਨਿਰਗੁਣ ਲਫ਼ਜ਼ ਆਪਨੇ ਸੁਣਿਆ ਹੋਵੇਗਾ ਲਿਟਰੇਚਰ 'ਚ ਕਦੇ ਨਾ ਕਦੇ। ਮੈਂ ਕਹਿੰਦਾ ਸਿੱਖੀ ਦੇ 'ਚ ਗੁਰਬਾਣੀ ਦੀ ਗਲੋਸਰੀ ਨੂੰ ਜ਼ਰੂਰ ਅੰਡਰਸਟੈਂਡ ਕਰੋ। ਨਿਰਗੁਣ ਨੂੰ ਜੇ ਤੇ ਤੁਸੀਂ ਸਿੰਪਲ ਪੰਜਾਬੀ ਦੇ ਟਰਾਂਸਲੇਟ ਕਰੋਗੇ ਤੇ ਜਿਵੇਂ ਨਿਰਮਲ ਲਫ਼ਜ਼ ਹੈ, ਨਿਰਮਲ, ਨਿਰਮਲ ਇਹਦਾ ਮਤਲਬ ਮੈਲ ਰਹਿਤ। ਜੇ ਤੁਸੀਂ ਨਿਰਗੁਣ ਨੂੰ ਟਰਾਂਸਲੇਟ ਕਰੋਗੇ, ਤੁਸੀਂ ਗੁਣ ਤੋਂ ਰਹਿਤ ਨਹੀਂ ਟਰਾਂਸਲੇਟ ਕਰੋਗੇ। ਨਿਰਗੁਣ ਦਾ ਮਤਲਬ ਹੈ ਉਹਦੇ 'ਚ ਇਤਨੇ ਗੁਣ ਨੇ, ਉਹਦੇ ਉੱਤੇ ਕੋਈ ਵੀ ਇੱਕ ਗੁਣ ਜਿਹਨੂੰ ਕਿ ਆਰੋਪਿਤ ਨਹੀਂ ਕੀਤਾ ਜਾ ਸਕਦਾ। ਆਰੋਪਿਤ ਮੀਨ ਜੇ ਤੁਸੀਂ 10, 15, 50, 100, 1000, 10,000, ਲੱਖ ਗੁਣ ਗਿਣ ਕੇ ਵੀ ਕਹਿੰਦੇ ਨੇ ਵੀ ਰੱਬ ਦੇ ਆਹੀ ਗੁਣ ਨੇ, ਬਾਬਾ ਜੀ ਕਹਿੰਦੇ ਇਹ ਆਰੋਪ ਹੋਏਗਾ। ਉਹਦੇ ਗੁਣ ਇੰਨੇ ਨੇ ਕਿ ਸਭ ਗੁਣ ਤੇਰੇ ਮੈਂ ਨਾ ਹੀ ਕੋਈ, ਸਭ ਗੁਣਾਂ ਦਾ ਮਾਲਕ ਹੈ। ਮਹਾਰਾਜ ਨੇ ਕਿਹਾ ਗੁਣ ਇਹੋ, ਇੱਕ ਗੁਣ ਤੇ ਮੈਂ ਪੱਕੇ ਤੌਰ ਤੇ ਕਹਿ ਸਕਦਾ ਵੀ ਆਹ ਪੱਕਾ ਤੇਰਾ ਗੁਣ ਆ। ਗੁਣ ਇਹੋ ਹੋਰ ਨਾ ਹੀ ਕੋਏ, ਨਾ ਕੋ ਹੋਵਾ ਨਾ ਕੋ ਹੋਏ। ਫਿਰ ਇਹਦੀ ਪਹਿਚਾਨ ਹੈ ਜੇਵੜ ਆਪ ਤੇਵੜ ਤੇਰੀ ਦਾਤ। ਉਹ ਦਾਤਾ ਆਪਣੀਆਂ ਦਾਤਾਂ 'ਚ ਵਰਤਦਾ ਹੈ। ਤੇ ਦਾਤ ਕੈਸੀ ਹੈ? ਜਿਨ ਦਿਨ ਕਰਕੇ, ਆ ਜਿਹੜਾ ਅਸੀਂ ਸ਼ਬਦ ਪੜਿਆ ਸੀ ਨਾ ਇੱਥੇ, ਸਦਾ ਰੰਗੀਲਾ ਲਾਲ ਪਿਆਰਾ, ਜਿਨ ਦਿਨ ਕਰਕੇ ਕੀਤੀ ਰਾਤ। ਰਾਤ ਡਰਾਉਣੀ ਹੈ, ਦਿਨ ਉਡੀਕ 'ਚ ਹੁੰਦਾ ਆ। ਇਹ ਉਹਦੀ ਬਖਸ਼ਿਸ਼ ਹੈ ਸਾਰੀ, ਇਹ ਉਹਦੇ ਗੁਣ ਨੇ। ਦੁੱਖ ਵੀ ਉਹਦਾ ਆ, ਸੁੱਖ ਵੀ ਉਹਦਾ ਆ, ਉਹ ਵਿੱਚ ਵਰਤ ਰਿਹਾ ਆ। ਜਿਹੜਾ ਬੰਦਾ
उस गुणात्मक पक्ष नाल अपनी एसोसीएशन बिल्ड करता लगा जाएगा। गुरु बाबा जी ने कहा कीती लख करोड़ प्रिये, हे प्रिये, हे प्यार करने वाले परिपूर्ण, तेरे गुणा नूं की गिणांगा। किती लख करोड़, लख गिणांगा, करोड़ गिणांगा, करोड़ां दे करोड़ गिणांगा, खत्म हो जाएगी जबान मेरी, मेरे कोल पाया नहीं। असी बचन पढ़ते हैं भट्टां दे सवैयां दे विच, एक जी क्या वखाना है कि हां के बल 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 सद बल जाऊं। मेरी एक अदनी जी जीभ है, मैं की बखान करा ते की दसा। किती लख करोड़ प्रिय रोम ना पुजन तेरिया, मेरी ते पहुंचाई तेरे साई तेरे एक रोम, तेरे एक रेशे तक भी नहीं है। भाई नंद लाल जी दे गज़ल दे असीं शेर पढ़ते हैं ना, धन गुरु गोबिंद सिंह साहब बारे जदों कहिंदे भी दीन दुनिया दरक मंदे आ पूरी रुखसार मां, हर दो आलम कीमते यकतार मुए यार मां। प्योर फारसी है। क्या दीन दुनिया दरक मंदे आ पूरी रुखसार मां, रुखसार चेहरे नूं कहा जांदा है। गुरु गोबिंद सिंह साहब जदों मैं तेरे चेहरे वल तकदा ना, लोग कहिंदे की मिलदा आ, कहंदा मैं उन्हां नूं कहना भी दीन दुनी दी हर चीज़ मिल जाती है, नथिंग लैफ्ट बिहाइंड, बस इन्ना ही बहुत है। एक चेहरे ते नजर पई, हे गुरु गोबिंद सिंह साहब, उस अलाही नूर विचों दीन दुनिया दरक मंदे आ पूरी रुखसार मां। ते जे कोई मैनू ये कहे ना कि तू गुरु गोबिंद सिंह साहब ते उन्हां दी हस्ती नूं अवैलूएट कर दे, वो कहंदे हकीकत ये है कि आ पूरी रुखसार मां, हर दो आलम कीमते यकतार मुए यार मां। यकतार मुए, मुए कहंदे ने रोम नूं, छोटे जिहे अंबूआ बहुत छोटा जिहा हैगा। कहंदे हर दो आलम कीमते, दो आलम भी मैं कीमत च प्राइज पे कर दिया ना, दो आलम दो जहान, दो जहाना दी मैं कीमत अदा कर दिया, मैं उहदे एक रोम दी कीमत नहीं पा सकदा, नजराना नहीं दे सकदा। ते जिन्हां हस्तियां ने उहदी बात पाई है, उहदे ते रोम बारे की कहोगे। तो साहब गुरु अर्जन साहब कहते कीती लख करोड़ प्रिय रोम ना पुजन तेरिया। फिर क्या तू शाही हूं शाह, दुनिया दे शाह अपने आप को बड़ा वड्डा मनते ने, ए शहनशाह तू शाहां दा शाह है, तेरे सामने हर शाह छोटा आ, तू शाही हूं शाह, हाँ कह ना सका गुण तेरे, मैं तेरे गुण किहड़े कहा। माफ़ी चाहांगा, इच्छा तो यह कि शब्द जल्दी समाप्त करदा, पर एक एक जी लाइन है, एक एक पंक्ति जी, एक एक लफज जोड़ा आ, दैट एक्चुअली इवन डजंट अलाउ मी टू गो एक्चुअली ऑन ए फास्ट पेस, सो दैट्स व्हाई आई एम टेकिंग दैट मच टाइम। एक एक पदा, एक एक लाइन इस तरीके नाल महाराज जी की पावन बाणी असीं डिस्कस कर रहे हैं। समा समाप्त है, आप समूह इत्थे गुरु हजूर आके सरवण कर दिओ। बड़ा धन्यवाद कह देना जी। वाहिगुरु जी का खालसा, वाहिगुरु जी की फतेह।